अस्सलाम वालेकुम बहुत ही प्यारे ਬੱਚਿਓ। ਹਾਂਜੀ ਬੇਟਾ ਜੀ, ਕਿਵੇਂ ਹੋ? ਸਾਰੇ ਠੀਕ ਠਾਕ ਹੋ? ਤਾਂ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਕੰਮ ਬਹੁਤ ਹੀ ਧਿਆਨ ਨਾਲ ਔਰ ਲਗਨ ਨਾਲ ਕਰ ਰਹੇ ਹੋਵੋਗੇ। ਠੀਕ ਹੈ ਬੇਟਾ, ਤਾਂ ਅੱਜ ਆਪਾਂ ਤੁਹਾਡਾ ਪੰਜਾਬੀ ਦਾ ਪਾਠ 23 ਮਿਲਖੀ ਦਾ ਵਿਆਹ ਇਸ ਬਾਰੇ ਪੜ੍ਹਨਾ ਹੈ, ਜੋ ਕਿ ਬੇਟਾ ਇੱਕ ਗੀਤ ਹੈ ਤੇ ਇਸ ਨੂੰ ਰਜਿੰਦਰ ਕੌਰ ਜੀ ਦੁਆਰਾ ਲਿਖਿਆ ਗਿਆ ਹੈ। ਠੀਕ ਹੈ ਬੇਟਾ, ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹੋ ਨਾ, ਇੱਕ ਬਾਂਦਰ, ਇੱਕ ਬਾਂਦਰੀ ਤੇ ਇੱਕ ਮਦਾਰੀ। ਠੀਕ ਹੈ ਬੇਟਾ, ਤੇ ਇਹ ਮਦਾਰੀ ਹੈ ਜਿਹੜਾ ਉਹ ਆਪਣੇ ਬਾਂਦਰ ਤੇ ਬਾਂਦਰੀ ਦਾ ਤਮਾਸ਼ਾ ਦਿਖਾ ਰਿਹਾ ਹੈ। ਜਿਵੇਂ ਕਿ ਬੇਟਾ ਸਾਨੂੰ ਪਤਾ ਹੈ ਕਿ ਪਹਿਲਾਂ ਗਲੀ ਮੁਹੱਲਿਆਂ ਦੇ ਵਿੱਚ ਬਹੁਤ ਸਾਰੇ ਮਦਾਰੀ ਜਿਹੜੇ ਆਉਂਦੇ ਹੁੰਦੇ ਸੀ, ਬਾਂਦਰ ਬਾਂਦਰੀ ਦਾ ਤਮਾਸ਼ਾ ਦਿਖਾਉਂਦੇ ਹੁੰਦੇ ਸੀ। ਪਰ ਇਹ ਅੱਜ ਕੱਲ੍ਹ ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਹੀ ਅਲੋਪ ਹੋ ਗਈਆਂ। ਆਪਾਂ ਨੂੰ ਹੁਣ ਇਹ ਬਾਂਦਰ ਬਾਂਦਰੀ ਦਾ ਤਮਾਸ਼ਾ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਦਾ। ਠੀਕ ਹੈ ਬੇਟਾ, ਤਾਂ ਇਹ ਇਸ ਤਰ੍ਹਾਂ ਦਾ ਹੀ ਇੱਕ ਗੀਤ ਹੈ ਜਿਹੜਾ ਕਿ ਮਦਾਰੀ ਆਪਣੇ ਬਾਂਦਰ ਲਈ ਗਾ ਰਿਹਾ ਹੈ। ਠੀਕ ਹੈ ਬੇਟਾ, ਤਾਂ ਉਸਦੇ ਜਿਹੜਾ ਬਾਂਦਰ ਹੈ ਤਾਂ ਉਸਦਾ ਨਾਮ ਹੈ ਜਿਹੜਾ ਉਹ ਮਿਲਖੀ ਹੈ, ਯਾਨੀ ਮਿਲਖੀ ਦਾ ਵਿਆਹ। ਤਾਂ ਮਿਲਖੀ ਆਪਣੇ ਵਿਆਹ ਬਾਰੇ ਕੀ ਸੋਚ ਰਿਹਾ ਹੈ, ਇਸ ਚੀਜ਼ਾਂ ਦਾ ਜਿਹੜਾ ਹੈ ਵਰਣਨ ਇਸ ਗੀਤ ਦੇ ਵਿੱਚ ਕੀਤਾ ਗਿਆ ਹੈ। ਠੀਕ ਹੈ ਬੇਟਾ, ਤਾਂ ਆਓ ਫਿਰ ਇਸ ਨੂੰ ਆਪਾਂ ਸ਼ੁਰੂ ਕਰੀਏ। ਹਾਂਜੀ ਬੇਟਾ ਜੀ, ਤਾਂ ਇਸ ਨੂੰ ਆਪਾਂ ਹੁਣ ਸ਼ੁਰੂ ਕਰਦੇ ਹਾਂ। ਬਾਂਦਰ ਦੇ ਮਨ ਫੁਰਿਆ ਫੁਰਨਾ, ਬਨ ਸੇਰਾ ਲਾੜਾ ਬਨ ਟੁਰਨਾ, ਜੇ ਕੋਈ ਨੱਥੋ ਵਿਆਹ ਲਿਆਵੇ, ਚੁੱਲ੍ਹੇ ਤੇ ਨਾ ਹੱਥ ਸੜਾਵੇ। ਮਨ ਵਿੱਚ ਕਰਕੇ ਸੋਚ ਵਿਚਾਰ, ਨਾ ਕਢਾਇਆ ਵਿੱਚ ਅਖਬਾਰ। ਮਿਲਖੀ ਨਾ ਵਲਾਇਤੋਂ ਆਇਆ, ਸੂਟ ਬੂਟ ਤੇ ਹੈਟ ਸਜਾਇਆ। ਇੱਕ ਸਿਆਣੀ ਨੱਥੋ ਲੱਭੇ, ਅੱਗੇ ਪਿੱਛੇ ਸੱਜੇ ਖੱਬੇ, ਨਾ ਪੈਸਾ ਨਾ ਦਾਜ ਦਹੇਜ। ਠੀਕ ਹੈ ਬੇਟਾ ਜੀ, ਤਾਂ ਇਸ ਦੇ ਵਿੱਚ ਬਾਂਦਰ ਹੈ ਜਿਹੜਾ, ਯਾਨੀ ਮਦਾਰੀ ਹੈ, ਬਾਂਦਰ ਬਾਰੇ ਆਪਣਾ ਉਸਦੇ ਜਿਹੜੇ ਮਨ ਦੇ ਵਿੱਚ ਆ ਰਹੇ ਨੇ ਵਿਚਾਰ ਉਹ ਪੇਸ਼ ਕਰ ਰਿਹਾ ਹੈ ਇਸ ਗੀਤ ਦੇ ਵਿੱਚ। ਤਾਂ ਬਾਂਦਰ ਦੇ ਮਨ ਵਿੱਚ ਫੁਰਨਾ ਫੁਰਿਆ, ਫੁਰਨਾ ਫੁਰਿਆ ਯਾਨੀ ਕਿ ਫੁਰਨਾ ਸ਼ਬਦ ਹੈ ਨਾ ਬੇਟਾ ਇੱਥੇ, ਤਾਂ ਇਸ ਦਾ ਮਤਲਬ ਹੈ, ਫੁਰਨੇ ਦਾ ਅਰਥ ਹੈ ਅਚਾਨਕ ਨਵਾਂ ਖਿਆਲ ਆਉਣਾ, ਯਾਨੀ ਕਿ ਮਨ ਦੇ ਵਿੱਚ ਖਿਆਲ ਆਉਣਾ। ਤਾਂ ਬਾਂਦਰ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਉਹ ਵਿਆਹ ਕਰਾਉਣ ਲਈ ਸਿਹਰਾ ਬਣ ਕੇ, ਲਾੜਾ ਬਣ ਕੇ ਤੁਰੇ ਤੇ ਉਹ ਆਪਣਾ ਵਿਆਹ ਹੈ ਜਿਹੜਾ ਉਹ ਕਰਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਉਹ ਕੋਈ ਆਪਣੇ ਨਾਲ ਨੱਥੋ ਵਿਆਹ ਲਿਆਵੇ। ਠੀਕ ਹੈ ਬੇਟਾ, ਤਾਂ ਨੱਥੋ ਸ਼ਬਦ ਹੈ ਨਾ ਜਿਹੜਾ ਇੱਥੇ, ਤਾਂ ਨੱਥੋ ਦਾ ਅਰਥ ਹੈ ਵੋਟੀ, ਯਾਨੀ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਹੈ ਤੇ ਆਪਣੇ ਲਈ ਇੱਕ ਵੋਟੀ ਲਿਆਉਣਾ ਚਾਹੁੰਦਾ ਹੈ। ਤਾਂ ਉਸ ਨੂੰ ਚੁੱਲ੍ਹੇ ਉੱਤੇ, ਤਾਂ ਕਿ ਉਸ ਨੂੰ ਚੁੱਲ੍ਹੇ ਉੱਤੇ ਰੋਟੀਆਂ ਪਕਾਉਣ ਲਈ ਹੱਥ ਆਪਣੇ ਸਾੜਨੇ ਨਾ ਪੈਣ। ਇਸ ਤਰ੍ਹਾਂ ਮਨ ਵਿੱਚ ਸੋਚ ਵਿਚਾਰ ਕਰਕੇ ਉਸ ਦੇ ਵਿਆਹ ਕਰਾਉਣ ਲਈ ਅਖਬਾਰ ਵਿੱਚ ਆਪਣਾ ਕਢਵਾ ਦਿੱਤਾ ਜਾਵੇ। ਇਸ ਬਾਰੇ ਉਹ ਵਿਚਾਰ ਕਰ ਰਿਹਾ ਹੈ ਕਿ ਉਹ ਆਪਣੇ ਵਿਆਹ ਦੀ ਖਬਰ ਹੈ ਜਿਹੜੀ ਉਹ ਅਖਬਾਰ ਵਿੱਚ ਕਢਾ ਦੇਵੇ। ਤਾਂ ਮਿਲਖੀ ਨੇ ਵਿਆਹ ਕਰਾਉਣ ਲਈ ਲਾੜੀ ਲੱਭਣ ਖਾਤਰ ਅਖਬਾਰ ਵਿੱਚ ਆਪਣੇ ਬਾਰੇ ਇਸ਼ਤਿਹਾਰ ਹੈ ਜਿਹੜਾ ਉਹ ਦਿੱਤਾ। ਤਾਂ ਉਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਹ ਵਲੈਤੋਂ ਆਇਆ ਹੈ। ਵਿਲੈਤੋ ਸ਼ਬਦ ਹੈ ਨਾ ਜਿਹੜਾ ਬੇਟਾ ਇੱਥੇ, ਤਾਂ ਵਿਲੈਤੋ ਦਾ ਅਰਥ ਹੈ ਵਿਦੇਸ਼, ਯਾਨੀ ਕਿ ਉਹ ਵਿਦੇਸ਼ ਤੋਂ ਆਇਆ ਹੋਇਆ ਹੈ ਤੇ ਉਹ ਖੂਬ ਸੂਟ ਬੂਟ ਪਾ ਕੇ ਰੱਖਦਾ ਹੈ। ਉਸਦੇ ਸਿਰ ਉੱਤੇ ਹੈਟ ਸਜਿਆ ਹੋਇਆ ਹੈ। ਉਹ ਇੱਧਰ ਉੱਧਰ ਸੱਜੇ ਖੱਬੇ ਤੇ ਅੱਗੇ ਪਿੱਛੇ ਜਿੱਧਰ ਵੀ ਮਿਲ ਜਾਵੇ ਇੱਕ ਸਿਆਣੀ ਨੱਥੋ ਯਾਨੀ ਕਿ ਵੋਟੀ ਲੱਭ ਰਿਹਾ ਹੈ। ਰਿਸ਼ਤਾ ਕਰਨ ਲਈ ਨਾ ਉਸ ਨੂੰ ਕੋਈ ਪੈਸਾ ਚਾਹੀਦਾ ਹੈ ਤੇ ਨਾ ਹੀ ਉਸ ਨੂੰ ਕੋਈ ਦਾਜ ਦਹੇਜ ਚਾਹੀਦਾ ਹੈ। ਹਾਂਜੀ ਬੇਟਾ ਜੀ, ਅੱਗੇ ਹੈ ਬਸ ਨੱਥੋ ਚਾਹੀਦੀ, ਉਹ ਸਿਰਨਾਵਾਂ ਪੜ੍ਹ ਲੈਂਦੀ ਜੋ। ਇੱਧਰੋਂ ਖੱਤ ਤੇ ਉੱਧਰੋਂ ਤਾਰਾ, ਮਿਲਖੀ ਦੇ ਹੋ ਗਏ ਪੌਂ 12। ਮਿਲਖੀ ਨੱਥੋ ਲੱਭ ਲਿਆਂਦੀ, ਲਾਲ ਘੱਗਰੀ ਲਾਲ ਪਰਾਂਦੀ। ਗੱਡੀ ਚੜ੍ਹ ਕੇ ਆਈ ਨੱਥੋ, ਪੈਰੀ ਝਾਂਜਰ ਪਾਈ ਨੱਥੋ, ਵਾਹ ਬਈ ਨੱਥੋ ਵਾਹ ਬਈ ਵਾਹ, ਸੋਹਰੇ ਘਰ ਦਾ ਕਿੱਡਾ ਚਾਅ। ਤਾਂ ਇਸ ਦੇ ਵਿੱਚ ਕਹਿ ਰਹੇ ਨੇ, ਕਵੀ ਕਹਿ ਰਹੇ ਨੇ ਕਿ ਉਹ ਜਾਤ ਪਾਤ ਤੋਂ ਵੀ ਪੂਰਾ ਪਰਹੇਜ਼ ਕਰ ਰਿਹਾ ਹੈ। ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਵੋਟੀ ਹੈ ਜਿਹੜੀ ਉਹ ਪ੍ਰਾਪਤ ਕਰਨ ਲਈ ਤਿਆਰ ਹੈ। ਉਸ ਨੂੰ ਕੇਵਲ ਇਹੋ ਜਿਹੀ ਵੋਟੀ ਚਾਹੀਦੀ ਹੈ ਜੋ ਸਿਰਨਾਵੇਂ ਦੇ 4 ਅੱਖਰ ਪੜ੍ਹ ਸਕਦੀ ਹੋਵੇ, ਯਾਨੀ ਉਸ ਨੂੰ ਇੱਕ ਪੜ੍ਹੀ ਲਿਖੀ ਵੋਟੀ ਚਾਹੀਦੀ ਹੈ। ਤੇ ਇਸ ਤੋਂ ਬਾਅਦ ਉਹ ਅਖਬਾਰ ਵਿੱਚ ਮਿਲਖੀ ਦੀ ਮੰਗ ਪੜ੍ਹ ਕੇ 30 ਵਾਲਿਆਂ ਦੇ ਇੱਧਰੋਂ ਖੱਤ ਤੇ ਉੱਧਰੋਂ ਤਾਰਾ ਆ ਜਾਂਦੀਆਂ ਹਨ ਤੇ ਇਸ ਤਰ੍ਹਾਂ ਮਿਲਖੀ ਦਾ ਕੰਮ ਹੈ ਜਿਹੜਾ ਉਹ ਪੂਰਾ ਹੋ ਜਾਂਦਾ ਹੈ ਤੇ ਉਸ ਦਾ ਵਿਆਹ ਹੋ ਜਾਂਦਾ ਹੈ। ਉਸ ਦੇ ਨੱਥੋਂ ਲੱਭ ਲਿਆਂਦੀ ਤੇ ਜਿਸ ਨੇ ਤੋੜ
ਤੇੜ ਨਾਲ ਲਾਲ ਘੱਗਰੀ ਪਾਈ ਹੋਈ ਸੀ। ਠੀਕ ਹੈ ਬੇਟਾ। ਤੇ ਜਿਹੜੀ ਨੱਥੋ ਉਹ ਵਿਆਹ ਕੇ ਲਿਆਇਆ ਹੋਇਆ ਸੀ ਤਾਂ ਉਸਦੇ ਲਾਲ ਘੱਗਰੀ ਪਾਈ ਹੋਈ ਸੀ ਤੇ ਉਸਦੇ ਵਾਲ ਲਾਲ ਪਰਾਂਦੀ ਪਾ ਕੇ ਸ਼ਿੰਗਾਰੇ ਹੋਏ ਸਨ ਤੇ ਉਸਨੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੋਈਆਂ ਸਨ ਤੇ ਉਹ ਗੱਡੀ ਚੜ੍ਹ ਕੇ ਆਈ ਸੀ। ਸਾਰੇ ਉਸ ਨੂੰ ਵੇਖ ਕੇ ਵਾਹ ਬਈ ਵਾਹ, ਵਾਹ ਬਈ ਵਾਹ ਕਰ ਰਹੇ ਸਨ। ਉਸ ਨੂੰ ਸਹੁਰੇ ਘਰ ਆਉਣ ਦਾ ਬਹੁਤ ਹੀ ਚਾਅ ਜਿਹੜਾ ਉਹ ਚੜਿਆ ਹੋਇਆ ਸੀ। ਹਾਂਜੀ ਬੇਟਾ। ਤਾਂ ਅੱਗੇ ਹੈ ਪਰ ਚੰਦਰੀ ਦੇ ਸੜ ਗਏ ਭਾਗ, ਮਿਲਖੀ ਤਾਂ ਟੋਬੇ ਦੀ ਗਾਦ, ਆਖੇ ਇਹ ਕੀ ਕੀਤਾ ਰੱਬਾ, ਗੰਦਾ ਰਹਿੰਦਾ ਮਾਲਕ ਲੱਭਾ, ਮੂੰਹ ਧੋਂਦਾ ਨਾ ਦਾਤਨ ਕਰਦਾ, ਪੀਂਦਾ ਦਾਰੂ ਖਾਂਦਾ ਜਰਦਾ। ਉਹ ਸੀ ਗਿਜਿਆ ਗੰਦਾ ਰਹਿਣਾ, ਵੋਟੀ ਦਾ ਕਦ ਮੰਨੇ ਕਹਿਣਾ, ਰੁੱਸ ਕੇ ਟੁਰ ਗਈ ਨੱਥੋ ਪੇਕੇ, ਕੋਠੇ ਚੜ ਮਿਲਖੀ ਵੇਖੇ, ਚੁੱਲ੍ਹੇ ਅਗਨਾ ਘੜੇ ਚ ਪਾਣੀ, ਤਾਨੇ ਦਿੰਦੇ ਸਾਰੇ ਹਾਨੀ, ਦਿਨ ਮਹੀਨੇ ਗੁਜ਼ਰੇ ਸਾਲ, ਮਿਲਖੀ ਦਾ ਤਾਂ ਹਾਲੋ ਬੇਹਾਲ। ਤੇ ਇਸ ਦੇ ਵਿੱਚ ਕਵੀ ਕਹਿੰਦੇ ਹਨ ਕਿ ਨੱਥੋ ਦਾ ਵਿਆਹ ਕਰਕੇ ਮਿਲਖੀ ਦਾ ਕੰਮ ਬੇਸ਼ੱਕ ਖਤਮ ਹੋ ਗਿਆ ਸੀ, ਪਰ ਨੱਥੋ ਆਪਣੇ ਆਪ ਨੂੰ ਇੱਕ ਬਦਕਿਸਮਤ ਸਮਝਦੀ ਸੀ। ਉਸ ਨੂੰ ਆਪਣੇ ਭਾਗ ਸੜੇ ਹੋਏ ਜਾਪਦੇ ਸਨ। ਠੀਕ ਹੈ ਬੇਟਾ। ਤਾਂ ਇਸ ਦੇ ਵਿੱਚ ਇੱਕ ਸ਼ਬਦ ਆਇਆ ਹੈ ਸੜ ਗਏ ਭਾਗ। ਤਾਂ ਇਸ ਦਾ ਅਰਥ ਹੁੰਦਾ ਹੈ ਕਿਸਮਤ ਮਾਰੀ ਗਈ। ਤਾਂ ਨੱਥੋ ਸੋਚਦੀ ਸੀ ਕਿ ਉਸਦੀ ਤਾਂ ਕਿਸਮਤ ਮਾਰੀ ਗਈ ਹੈ, ਕਿਉਂਕਿ ਮਿਲਖੀ ਟੋਬੇ ਦਾ ਗੰਦ ਜਾਪਦਾ ਸੀ। ਗਾਦ ਦਾ ਅਰਥ ਹੈ ਗੰਦਾ। ਮਿਲਖੀ ਹੈ ਜਿਹੜਾ ਉਹ ਟੋਬੇ ਦਾ ਉਸਨੂੰ ਗੰਦ ਜਾਪਦਾ ਸੀ। ਨੱਥੋ ਨੂੰ ਇਹ ਗੰਦਾ ਮਾਲਕ ਮਿਲਿਆ ਹੋਇਆ ਸੀ ਜੋ ਨਾ ਮੂੰਹ ਧੋਂਦਾ ਸੀ ਤੇ ਨਾ ਹੀ ਦਾਤਨ ਕਰਦਾ ਸੀ। ਉਹ ਸ਼ਰਾਬ ਪੀਂਦਾ ਸੀ ਤੇ ਤੰਬਾਕੂ ਖਾਂਦਾ ਸੀ। ਉਹ ਤਾਂ ਗੰਦਾ ਰਹਿਣਾ ਗਿਜਿਆ ਹੋਇਆ ਸੀ। ਠੀਕ ਹੈ ਬੇਟਾ। ਤਾਂ ਗਿਜਿਆ ਹੋਇਆ ਸ਼ਬਦ ਆਇਆ ਨਾ, ਤਾਂ ਗਿਜੇ ਦਾ ਅਰਥ ਹੈ ਆਦਤ, ਯਾਨੀ ਕਿ ਉਸਨੂੰ ਗੰਦਾ ਰਹਿਣ ਦੀ ਆਦਤ ਪਈ ਹੋਈ ਸੀ। ਉਹ ਇਸ ਸੰਬੰਧ ਨਾਲ ਆਪਣੀ ਪਤਨੀ ਦਾ ਕਹਿਣਾ ਨਹੀਂ ਸੀ ਮੰਨਦਾ। ਮਿਲਖੀ ਦੀ ਗੰਦੇ ਰਹਿਣ ਦੀ ਆਦਤ ਤੋਂ ਤੰਗ ਆ ਕੇ ਨੱਥੋ ਉਸ ਨਾਲ ਰੁੱਸ ਕੇ ਪੇਕੇ ਚਲੀ ਜਾਂਦੀ ਹੈ। ਪੇਕੇ ਦਾ ਮਤਲਬ ਆਪਣੇ ਮਾਂ-ਬਾਪਾਂ ਦੇ ਘਰ ਚਲੀ ਜਾਂਦੀ ਹੈ। ਉਦਾਸ ਹੋਇਆ ਮਿਲਖੀ ਕੋਠੇ ਉੱਤੇ ਚੜ ਕੇ ਰਾਹ ਦੇਖਦਾ ਸੀ ਕਿ ਉਹ ਕਦੋਂ ਵਾਪਸ ਆਉਂਦੀ ਹੈ। ਹੁਣ ਉਸਦੇ ਨਾ ਤਾਂ ਚੁੱਲ੍ਹੇ ਵਿੱਚ ਅੱਗ ਬਲਦੀ ਸੀ ਤੇ ਨਾ ਹੀ ਘੜੇ ਵਿੱਚ ਪਾਣੀ ਸੀ। ਉਸਦੇ ਸਾਰੇ ਜਿਹੜੇ ਹਾਨੀ ਸੀ, ਯਾਨੀ ਕਿ ਮਿੱਤਰ ਦੋਸਤ ਸੀ, ਤਾਂ ਉਸਨੂੰ ਉਸਦੀ ਪਤਨੀ ਦੇ ਉਸਨੂੰ ਛੱਡ ਕੇ ਪੇਕੇ ਜਾਣ ਕਰਕੇ ਉਸਨੂੰ ਤਾਨੇ ਦੇ ਰਹੇ ਸਨ। ਇਸ ਤਰ੍ਹਾਂ ਸਮਾਂ ਜਿਹੜਾ ਉਹ ਬੀਤਦਾ ਗਿਆ। ਦਿਨ ਮਹੀਨੇ ਸਾਲ ਨੇ ਜਿਹੜੇ ਉਹ ਗੁਜ਼ਰਦੇ ਗਏ, ਪਰੰਤੂ ਨੱਥੋ ਨਾ ਆਈ ਤੇ ਮਿਲਖੀ ਦਾ ਹਾਲ ਹੈ ਜਿਹੜਾ ਉਹ ਬਹੁਤ ਬੁਰਾ ਹੋ ਗਿਆ ਤੇ ਉਹ ਹਾਲੋ ਬੇਹਾਲ ਹੋ ਗਿਆ। ਤਾਂ ਇਸ ਤੋਂ ਅੱਗੇ ਹੈ ਆਖਰ ਇੱਕ ਦਿਨ ਮਨ ਬਣਾ, ਸਹੁਰੇ ਟੁਰਿਆ ਸੱਜ ਸਜਾ, ਨਾਤਾ ਧੋਤਾ ਸੁਰਮਾ ਪਾਇਆ, ਨੱਥੋ ਅੱਗੇ ਜਾ ਮਟਕਾਇਆ। ਤੇ ਆਖਰ ਇੱਕ ਦਿਨ ਮਿਲਖੀ ਸੱਜ ਕੇ ਨੱਥੋ ਨੂੰ ਲੈਣ ਲਈ ਉਸਦੇ ਸਹੁਰੇ ਘਰ ਤੁਰ ਪਿਆ। ਉਹ ਚੰਗੀ ਤਰ੍ਹਾਂ ਨਹਾਤਾ ਧੋਤਾ ਤੇ ਅੱਖਾਂ ਅੱਗੇ ਸੁਰਮਾ ਮਟਕਾ ਕੇ ਨੱਥੋ ਅੱਗੇ ਜਾ ਕੇ ਬੈਠ ਗਿਆ। ਹਾਂਜੀ ਬੇਟਾ ਜੀ। ਤਾਂ ਇਸ ਤੋਂ ਅੱਗੇ ਹੈ ਹੱਥ ਜੋੜ ਉਸ ਅਰਜ਼ੀ ਗੁਜ਼ਾਰੀ, ਗੱਲ ਸੁਣ ਮੇਰੀ ਨੱਥੋ ਪਿਆਰੀ, ਮੇਰੀ ਅਕਲ ਟਿਕਾਣੇ ਆਈ, ਡਾਢੀ ਚੰਗੀ ਰਹੇ ਸਫਾਈ, ਨਾ ਸਿਗਰਟ ਨਾ ਦਾਰੂ ਜ਼ਰਦਾ, ਸਭ ਕਾਸੇ ਤੋਂ ਤੋਬਾ ਕਰਦਾ, ਚੱਲ ਹੁਣ ਉੱਠ ਤੁਰ ਕਰਨਾ ਦੇਰ, ਤੇਰੇ ਬਿਨ ਕਰ ਪਿਆ ਹਨੇਰ, ਮਨ ਨੱਥੋ ਦੇ ਚੜਿਆ ਚਾਅ, ਟੁਰ ਪਈ ਨੱਥੋ ਵਾਹ ਬਈ ਵਾਹ, ਮਿਲਖੀ ਟਮ ਪਿਆ ਚਲਾਵੇ, ਨੱਥੋ ਵਾਹ ਵਿੱਚ ਉੱਡਦੀ ਜਾਵੇ। ਤਾਂ ਇਸ ਦੇ ਵਿੱਚ ਕਵੀ ਕਹਿੰਦੇ ਹਨ ਕਿ ਜਦੋਂ ਉਹ ਆਪਣੇ ਸਹੁਰੇ ਘਰ ਨੱਥੋ ਨੂੰ ਲੈਣ ਜਾ ਰਿਹਾ ਸੀ ਤਾਂ ਉਹ ਸੱਜ ਧੱਜ ਕੇ ਉਸਦੇ ਅੱਗੇ ਜਾ ਕੇ ਬੈਠ ਗਿਆ। ਤਾਂ ਉਸਨੇ ਹੱਥ ਜੋੜ ਕੇ ਨੱਥੋ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਮੇਰੀ ਪਿਆਰੀ ਨੱਥੋ, ਤੂੰ ਮੇਰੀ ਗੱਲ ਸੁਣ। ਮਿਲਖੀ ਨੇ ਰੂਸੀ ਨੱਥੋ ਨੂੰ ਮਨਾਉਣ ਲਈ ਹੱਥ ਜੋੜ ਕੇ ਬੇਨਤੀ ਕੀਤੀ ਤਾਂ ਉਸਦੀ ਅਕਲ ਹੁਣ ਟਿਕਾਣੇ ਆ ਗਈ ਹੈ ਤੇ ਉਸਨੇ ਕਿਹਾ ਉਹ ਅੱਗੋਂ ਬਹੁਤ ਸਫਾਈ ਰੱਖੇਗਾ ਤੇ ਜ਼ਰਾ ਵੀ ਗੰਦਾ ਨਹੀਂ ਰਹੇਗਾ। ਉਹ ਨਾ ਸ਼ਰਾਬ ਪੀਏਗਾ ਤੇ ਨਾ ਹੀ ਸਿਗਰਟ। ਉਹ ਇਹਨਾਂ ਸਭ ਚੀਜ਼ਾਂ ਤੋਂ ਤੋਬਾ ਕਰਦਾ ਹੈ। ਮਿਲਖੀ ਨੇ ਰੂਸੀ ਨੱਥੋ ਨੂੰ ਮਨਾਉਣ ਅੱਗੋਂ ਸਾਫ਼ ਸੁਥਰਾ ਰਹਿਣ ਤੇ ਨਸ਼ੇ ਛੱਡਣ ਦਾ ਇਨਕਾਰ ਕਰਦਿਆਂ ਕਿਹਾ ਕਿ ਉਹ ਹੁਣ ਉੱਠ ਕੇ ਉਸ ਨਾਲ ਤੁਰ ਪਵੇ ਤੇ ਦੇਰ ਨਾ ਕਰੇ ਤੇ ਉਸ ਤੋਂ ਬਿਨਾਂ ਤਾਂ ਘਰ ਕੋਈ ਸਵਾਦ ਹੀ ਨਹੀਂ ਆਉਂਦਾ। ਇਹ ਸੁਣ ਕੇ ਨੱਥੋ ਨੂੰ ਚਾਹ ਚੜ ਜਾਂਦਾ ਹੈ। ਉਹ ਮਿਲਖੀ ਨਾਲ ਉੱਠ ਕੇ ਤੁਰ ਪਈ। ਇਹ ਦੇਖ ਕੇ
ਜੀ ਕਰਦਾ ਸੀ ਕਿ ਨੱਥੋ ਵਿੱਦੀ ਵਾਹ ਵਾਹ ਕਰੀਏ। ਮਿਲਖੀ ਨੱਥੋ ਨੂੰ ਟਮਟਮ ਵਿੱਚ ਬਿਠਾ ਕੇ ਤੁਰ ਪਿਆ। ਉਹ ਟਮਟਮ ਚਲਾ ਰਿਹਾ ਸੀ ਤੇ ਨੱਥੋ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਹਵਾ ਵਿੱਚ ਉੱਡਦੀ ਜਾ ਰਹੀ ਹੋਵੇ। ਠੀਕ ਹੈ ਬੇਟਾ, ਤਾਂ ਇਹ ਸੀ ਗੀਤ ਮਿਲਖੀ ਦਾ ਵਿਆਹ, ਤੇ ਜਿਸ ਦੇ ਵਿੱਚ ਮਦਾਰੀ ਸੀ ਜਿਹੜਾ ਉਹ ਬਾਂਦਰ, ਆਪਣੇ ਬਾਂਦਰ ਯਾਨੀ ਕਿ ਮਿਲਖੀ ਦੇ ਵਿਆਹ ਦੀ ਜਿਹੜੀ ਜ਼ਿਕਰ ਹੈ ਉਹ ਕਰ ਰਿਹਾ ਸੀ। ਠੀਕ ਹੈ ਬੇਟਾ, ਤਾਂ ਉਮੀਦ ਹੈ ਕਿ ਤੁਹਾਨੂੰ ਬਹੁਤ ਹੀ ਧਿਆਨ ਨਾਲ ਇਸ ਨੂੰ ਸੁਣਿਆ ਵੀ ਹੋਵੇਗਾ ਤੇ ਤੁਹਾਨੂੰ ਬਹੁਤ ਹੀ ਮਜ਼ਾ ਵੀ ਆਇਆ ਹੋਵੇਗਾ। ਠੀਕ ਹੈ ਬੇਟਾ, ਔਰ ਤੁਹਾਨੂੰ ਸਮਝਿਆ ਵੀ ਹੋਵੇਗਾ। ਓਕੇ ਬੇਟਾ, ਥੈਂਕ ਯੂ।